ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਪਹਿਲਾ ਲੇਖ ਉੱਦਮ ਅਤੇ ਉਤਸ਼ਾਹ। ਅਸੀਂ ਕਿਸੇ ਨੂੰ ਉਦੋਂ ਤੱਕ ਸੁੰਦਰ ਨਹੀਂ ਸਮਝਦੇ ਜਦੋਂ ਤੱਕ ਉਹ ਸਾਡੇ ਵੱਲ ਪ੍ਰਵਾਨਗੀ ਭਰੀ ਮੁਸਕਰਾਹਟ ਨਾਲ ਵੇਖਣ ਦਾ ਉੱਦਮ ਨਾ ਕਰੇ। ਉਸ ਦੀ ਅਜਿਹੀ ਤੱਕਣੀ ਸਾਡੇ ਆਲੇ ਦੁਆਲੇ ਉਤਸ਼ਾਹ ਦਾ ਵਾਤਾਵਰਣ ਸਿਰਜਦੀ ਹੈ। ਨਿਰਸੰਦੇਹ ਸੋਹਣੀ ਇਸਤਰੀ ਦੇ ਮਨ ਦੀ ਦੁਨੀਆ ਵਿੱਚ ਉੱਦਮ ਨਾਲ ਹੀ ਦਾਖਲ ਹੋਇਆ ਜਾ ਸਕਦਾ ਹੈ। ਉਤਸ਼ਾਹ ਤੋਂ ਬਿਨਾਂ ਉਹਦੀ ਨਜ਼ਰ ਦੀ ਮਾਰ ਥੱਲੇ ਆਉਣਾ ਸੰਭਵ ਨਹੀਂ ਹੁੰਦਾ। ਜਦੋਂ ਕੋਈ ਇਸਤਰੀ ਤੁਹਾਡੇ ਵਰਗੇ ਕਿਸੇ ਪੁਰਸ਼ ਦੀ ਪ੍ਰੇਮਿਕਾ ਬਣਦੀ ਹੈ ਤਾਂ ਤੁਹਾਡਾ ਉੱਦਮ ਤੇ ਉਸ ਦਾ ਉਤਸ਼ਾਹ ਜਾਂ ਤੁਹਾਡਾ ਉਤਸ਼ਾਹ ਤੇ ਉਸ ਦਾ ਉੱਦਮ ਕਿੱਕਲੀ ਕਲੀਰ ਪਾਉਂਦੇ ਹਨ ਤੇ ਦੋਵੇਂ ਧਿਰਾਂ ਕਲਪਨਾ ਅਤੇ ਅਨੁਭਵ ਦੀਆਂ ਨਵੀਆਂ ਸਿਖਰਾਂ ਛੂਹਦੀਆਂ ਹਨ। ਇਵੇਂ ਉੱਦਮ ਅਤੇ ਉਤਸ਼ਾਹ ਇੱਕ ਦੂਜੇ ਨੂੰ ਤਾਲ ਦਿੰਦੇ ਹਨ। ਇੱਕ ਦੂਜੇ ਦੀ ਤਾਲ ਵਿੱਚ ਨੱਚਣ ਦੀ ਇਹ ਤਾਂਘ ਹੀ ਸਾਨੂੰ ਉਡਾਈ ਫਿਰਦੀ ਹੈ। ਉੱਦਮ ਅਤੇ ਉਤਸ਼ਾਹ ਉਹ ਢਾਲਾਂ ਹਨ ਜਿਨ੍ਹਾਂ ਨਾਲ ਅਸੀਂ ਜ਼ਿੰਦਗੀ ਦੇ ਵਾਰ ਸਹਿੰਦੇ ਹਾਂ। ਇਵੇਂ ਹੀ ਉੱਦਮ ਅਤੇ ਉਤਸ਼ਾਹ ਸਾਡੀ ਕਮਾਨ ਦੇ ਉਹ ਦੋ ਸਿਰੇ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੇ ਇਰਾਦਿਆਂ ਦੇ ਤੀਰ ਦੂਰ ਦੁਮੇਲਾਂ ਵੱਲ ਸੇਧਦੇ ਹਾਂ। ਬੱਚੇ ਪਤੀ ਪਤਨੀ ਦੇ ਸਾਂਝੇ ਉੱਦਮ ਦਾ ਹੀ ਫਲ ਹੁੰਦੇ ਹਨ। ਜਦੋਂ ਕੋਈ ਇਸਤਰੀ ਮਾਂ ਬਣਦੀ ਹੈ ਤਾਂ ਆਪਣੇ ਹੋਰ ਅਨੇਕਾਂ ਕੰਮਾਂ ਦੇ ਨਾਲ ਉਸ ਵਿੱਚ ਬੱਚੇ ਨੂੰ ਪਾਲਣ ਦਾ ਉੱਦਮ ਅਤੇ ਉਤਸ਼ਾਹ ਆਪ ਮੁਹਾਰੇ ਪੈਦਾ ਹੋ ਜਾਂਦੇ ਹਨ। ਇਸਤਰੀ ਭਾਵੇਂ ਸਾਰੇ ਖੇਤਰਾਂ ਵਿੱਚ ਕਿਸੇ ਨਾ ਕਿਸੇ ਉੱਤੇ ਨਿਰਭਰ ਹੁੰਦੀ ਹੈ, ਪਰ ਬੱਚੇ ਨੂੰ ਪਾਲਣ ਦੇ ਪੱਖ ਤੋਂ ਉਹ ਪੂਰਨ ਭਾਂਤ ਸੁਤੰਤਰ ਹੈ। ਉਸ ਦੇ ਇਸ ਕਾਰਜ ਵਿੱਚ ਨਾ ਕੋਈ ਦਖਲ ਦਿੰਦਾ ਹੈ ਤੇ ਨਾ ਹੀ ਉਹ ਕੋਈ ਦਖਲ ਸਹਿਣ ਕਰਦੀ ਹੈ। ਉਹ ਉਤਸ਼ਾਹ ਦੀ ਫੁਹਾਰ ਵਿੱਚ ਭਿੱਜਦੀ ਰਹਿੰਦੀ ਹੈ। ਦੋ ਸਕੇ ਭਰਾਵਾਂ ਨਾਲੋਂ ਜੇ ਚਾਚੇ ਤਾਏ ਦੇ ਦੋ ਪੁੱਤਰ ਰਲ ਕੇ ਚੱਲਣ ਤਾਂ ਉੱਦਮ ਕਰਨ ਤਾਂ ਸਾਡੇ ਪੇਂਡੂ ਸਮਾਜ ਵਿੱਚ ਉਹਨਾਂ ਨੂੰ ਹੋਰ ਵੀ ਵੱਡੀ ਤਾਕਤ ਸਮਝਿਆ ਜਾਂਦਾ ਹੈ। ਇਸਤਰੀ ਉਸੇ ਅਨੁਪਾਤ ਵਿੱਚ ਪਿਆਰ ਮੋੜਦੀ ਹੈ ਜਿੰਨੇ ਉੱਦਮ ਨਾਲ ਉਸ ਦਾ ਪਿਆਰ ਪ੍ਰਾਪਤ ਕਰਨ ਦਾ ਉਪਰਾਲਾ ਕੀਤਾ ਗਿਆ ਹੋਵੇ। ਜਿਹੜੇ ਆਪਣੀ ਪ੍ਰੇਮਿਕਾ ਲਈ ਵਧੇਰੇ ਖਤਰੇ ਮੁੱਲ ਲੈਂਦੇ ਹਨ ਉਹਨਾਂ ਨੂੰ ਮਿਲਣੀ ਦਾ ਨਿੱਘ ਵੀ ਵਧੇਰੇ ਮਿਲਦਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਪਿਆਰ ਉਹ ਅਨੁਭਵ ਹੈ ਜਿਸ ਵਿੱਚ ਦੋਹਾਂ ਧਿਰਾਂ ਨੇ ਇੱਕ ਦੂਜੇ ਵਿੱਚੋਂ ਲੰਘਣਾ ਹੁੰਦਾ ਹੈ, ਆਰ ਪਾਰ ਹੋਣਾ ਹੁੰਦਾ ਹੈ। ਜੰਗ ਵਿੱਚ ਹਰ ਕਿਸੇ ਨੂੰ ਬਹਾਦਰੀ ਵਿਖਾਉਣ ਦਾ ਅਵਸਰ ਮਿਲਦਾ ਹੈ। ਇਹੀ ਨੇਮ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਉੱਦਮ ਤੋਂ ਬਿਨਾਂ ਉਦੇਸ਼ ਕੇਵਲ ਇੱਕ ਇੱਛਾ ਬਣ ਕੇ ਰਹਿ ਜਾਂਦਾ ਹੈ। ਕਹਿੰਦੇ ਹਨ ਜੇ ਨੀਅਤ ਸਿੱਧੀ ਹੋਵੇ ਤਾਂ ਗਲਤ ਰਸਤਾ ਵੀ ਠੀਕ ਥਾਂ ਪਹੁੰਚਾ ਦਿੰਦਾ ਹੈ। ਪਿਤਾ ਜੀ ਕਿਹਾ ਕਰਦੇ ਸਨ ਕਿ ਮਨੁੱਖ ਅਨੁਭਵ ਦੇ ਜਿਸ ਪੜਾਅ 'ਤੇ ਹੋਵੇ ਉਸ ਤੋਂ ਅਗਲੇਰਾ ਪੜਾਅ ਉਸ ਨੂੰ ਅਸੀਸ ਦਿੰਦਾ ਰਹਿੰਦਾ ਹੈ। ਕਹਿਣ ਵਾਲੇ ਕਹਿੰਦੇ ਹਨ ਕਿ ਪਹਿਲਾਂ ਫੈਸਲਾ ਕਰ ਲਓ ਕਿ ਇਹ ਕੰਮ ਕਰਨਾ ਹੈ, ਫਿਰ ਮਨ ਢੰਗ ਤਰੀਕਾ ਆਪੇ ਲੱਭ ਲਏਗਾ। ਨਿਰਸੰਦੇਹ ਹਰ ਕੰਮ ਆਪਣੇ ਉੱਦਮੀ ਨਾਇਕਾਂ ਦੇ ਮੋਢਿਆਂ 'ਤੇ ਉਸਰੀ ਹੁੰਦੀ ਹੈ। ਨਿਰਸੰਦੇਹ ਹਰ ਕੌਮ ਆਪਣੇ ਉੱਦਮੀ ਨਾਇਕਾਂ ਦੇ ਮੋਢਿਆਂ 'ਤੇ ਉਸਰੀ ਹੁੰਦੀ ਹੈ। ਇਹਨਾਂ ਨਾਇਕਾਂ ਨੇ ਸਾਡੇ ਦੇਸ਼ ਨੂੰ ਬਣਾਇਆ ਉਸਾਰਿਆ ਹੀ ਨਹੀਂ ਹੁੰਦਾ, ਸਗੋਂ ਇਸ ਵਿੱਚ ਰੂਹਾਨੀ ਤੇ ਇਖਲਾਕੀ ਸ਼ਕਤੀ ਵੀ ਭਰੀ ਹੁੰਦੀ ਹੈ। ਇਖਲਾਕ ਤੋਂ ਸਖਣਾ ਉੱਦਮ ਕੋਰਾ ਪਖੰਡ ਹੁੰਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਲੋਕ ਧੋਖੇਬਾਜ਼ ਹੋ ਜਾਣ ਤਾਂ ਅਸੀਂ ਜਾਇਦਾਦਾਂ ਤੇ ਚੀਜ਼ਾਂ ਵਸਤਾਂ ਵਿੱਚੋਂ ਤਸੱਲੀ ਭਾਲਦੇ ਹਾਂ। ਜਦੋਂ ਤੱਕ ਸਾਡੇ ਵਿੱਚ ਦੂਜਿਆਂ ਨਾਲ ਸਹਿਮਤ ਹੋਣ ਦਾ ਉਤਸ਼ਾਹ ਨਹੀਂ ਜਾਗਦਾ ਅਤੇ ਆਪਣੀ ਅਗਿਆਨਤਾ ਕਿਸੇ ਦੇ ਗਿਆਨ ਨਾਲ ਵਟਾਉਣ ਦਾ ਉੱਦਮ ਨਹੀਂ ਉਪਜਦਾ, ਉਦੋਂ ਤੱਕ ਨਾ ਤਾਂ ਸਾਡੇ ਵਿਚਾਰ ਸਿੱਧੇ ਹੁੰਦੇ ਹਨ ਤੇ ਨਾ ਹੀ ਸਾਡੇ ਵਿੱਚ ਸੁਹਿਰਦਤਾ ਅਤੇ ਸਾਊਪਣਾ ਉਪਜਦੇ ਹਨ। ਉੱਦਮ ਚੰਗਾ ਕੰਮ ਕਰਨ ਦੇ ਉਸ ਯਤਨ ਨੂੰ ਕਹਿੰਦੇ ਹਨ ਜਿਹੜਾ ਕਰਨ ਦੀ ਇੱਛਾ ਸਾਡੇ ਅੰਦਰੋਂ ਆਪ ਮੁਹਾਰੇ ਉਪਜਦੀ ਹੈ। ਕਿਸੇ ਦੇ ਕਹਿਣ ਉੱਤੇ ਕੀਤਾ ਕੰਮ ਉੱਦਮ ਨਹੀਂ ਹੁੰਦਾ,
ਉਦਮ ਕੁਝ ਕਰ ਵਿਖਾਉਣ ਦੀ ਇੱਛਾ ਦਾ ਅੰਦਰੋਂ ਫੁੱਟਿਆ ਚਸ਼ਮਾ ਹੈ। ਇਹ ਬਾਹਰੋਂ ਪੈਣ ਵਾਲਾ ਮੀਂਹ ਨਹੀਂ। ਉਦਮ ਦੀ ਹਰ ਖੇਤਰ ਵਿੱਚ ਪ੍ਰਸ਼ੰਸਾ ਹੁੰਦੀ ਹੈ। ਸੂਰਜ ਉਦਮ ਦਾ ਪ੍ਰਤੀਕ ਹੈ। ਉਦਮ ਵਿਅਕਤੀਗਤ ਹੁੰਦਾ ਹੈ। ਉਤਸ਼ਾਹ ਚੰਗਾ ਕੰਮ ਕਰਨ ਦੇ ਉਸ ਯਤਨ ਨੂੰ ਕਹਿੰਦੇ ਹਨ ਜਿਹੜਾ ਕਿਸੇ ਦੇ ਪ੍ਰੇਰਿਆਂ ਕੀਤਾ ਜਾਵੇ। ਅਜਿਹੇ ਕੰਮ ਦੀ ਪ੍ਰਵਾਨਗੀ ਅਤੇ ਸਰਾਹਨਾ ਹੁੰਦੀ ਹੈ, ਪਰ ਪ੍ਰਸ਼ੰਸਾ ਉਦਮ ਦੀ ਹੀ ਹੁੰਦੀ ਹੈ। ਉਤਸ਼ਾਹ ਸਮੂਹਕ ਹੁੰਦਾ ਹੈ। ਸੂਰਜ ਦੀ ਪ੍ਰੇਰਨਾ ਨਾਲ ਚਮਕਦਾ ਚੰਦਰਮਾ ਉਤਸ਼ਾਹ ਦਾ ਪ੍ਰਤੀਕ ਹੈ। ਉਦਮ ਅਤੇ ਉਤਸ਼ਾਹ ਨਾਲ ਵਿਅਕਤੀ ਤੇ ਸਮਾਜ ਦੋਵੇਂ ਸ਼ਕਤੀਸ਼ਾਲੀ ਹੁੰਦੇ ਹਨ। ਕੋਈ ਵੀ ਚੰਗਾ ਕੰਮ ਅਜਿਹਾ ਨਹੀਂ ਹੁੰਦਾ ਜਿਸ ਦਾ ਸਮਾਜ ਨੂੰ ਲਾਭ ਹੋਵੇ ਤੇ ਕਰਨ ਵਾਲੇ ਨੂੰ ਨੁਕਸਾਨ। ਕਈਆਂ ਦੀ ਆਦਤ ਹੁੰਦੀ ਹੈ ਕਿ ਉਹ ਕੰਮ ਉਦੋਂ ਹੀ ਕਰਦੇ ਹਨ ਜਦੋਂ ਸਥਿਤੀ ਉਹਨਾਂ ਨੂੰ ਧੱਕੇ ਮਾਰਦੀ ਹੈ। ਅਜਿਹੇ ਕੰਮ ਨੂੰ ਨਾ ਪ੍ਰਵਾਨਗੀ ਮਿਲਦੀ ਹੈ ਤੇ ਨਾ ਹੀ ਪ੍ਰਸ਼ੰਸਾ ਹੁੰਦੀ ਹੈ। ਅਜਿਹੇ ਕੰਮ ਦੀ ਪੱਧਰ ਵੀ ਉੱਚੀ ਨਹੀਂ ਹੁੰਦੀ। ਸਾਨੂੰ ਉਹੀ ਪ੍ਰੇਰਦੇ ਹਨ ਜਿਨ੍ਹਾਂ ਵਿੱਚ ਆਪਣਾ ਕੰਮ ਆਪ ਕਰਨ ਦੀ ਯੋਗਤਾ ਹੁੰਦੀ ਹੈ। ਇਹ ਵਿਅਕਤੀ ਨਵੇਂ ਰਾਹਾਂ ਤੇ ਚੱਲਦੇ ਹਨ ਤੇ ਨਵੀਆਂ ਪੈੜਾਂ ਛੱਡਦੇ ਹਨ। ਸਰੀਰਕ ਸ਼ਕਤੀ ਜਾਂ ਬੌਧਿਕ ਸ਼ਕਤੀ ਆਪਣੇ ਆਪ ਵਿੱਚ ਕੋਈ ਅਰਥ ਨਹੀਂ ਰੱਖਦੀ। ਅਰਥ ਤਾਂ ਇਹਨਾਂ ਦੀ ਵਰਤੋਂ ਵਿੱਚੋਂ ਜਨਮਦੇ ਹਨ। ਜੇ ਉਦੇਸ਼ ਸਪਸ਼ਟ ਅਤੇ ਨਿਸ਼ਚਿਤ ਨਾ ਹੋਣ ਤਾਂ ਵੱਡੇ ਘੱਲੂਘਾਰੇ, ਮੁਹਿੰਮਾਂ ਤੇ ਮੋਰਚੇ ਵੀ ਸਫਲ ਨਹੀਂ ਹੁੰਦੇ। ਉਦਮ ਉਹ ਯੋਗਤਾ ਹੈ ਜਿਹੜੀ ਮੌਕਿਆਂ ਦੇ ਬੂਹੇ ਖੋਲ੍ਹਦੀ ਹੈ। ਇਸ ਯੋਗਤਾ ਦੀ ਪ੍ਰਾਪਤੀ ਲਈ ਕਿਧਰੇ ਜਾਣ ਦੀ ਲੋੜ ਨਹੀਂ। ਇਹ ਯੋਗਤਾ ਹਰ ਕਿਸੇ ਵਿੱਚ ਹੁੰਦੀ ਹੈ। ਆਪਣੇ ਨਿੱਤਾ ਪ੍ਰਤੀ ਦੇ ਨਿੱਕੇ ਨਿੱਕੇ ਕੰਮਾਂ ਵਿੱਚ ਵੀ ਉਦਮ ਅਤੇ ਉਤਸ਼ਾਹ ਦਾ ਪ੍ਰਗਟਾਵਾ ਤੁਹਾਡੀ ਉਦਮੀ ਸਮਰੱਥਾ ਨੂੰ ਵਧਾਏਗਾ। ਨਿੱਤ ਦਿਹਾੜੇ ਅਨੇਕਾਂ ਵਿਅਕਤੀ ਤੁਹਾਡੇ ਸੰਪਰਕ ਵਿੱਚ ਆਉਂਦੇ ਹਨ ਜਿਹੜੇ ਤੁਹਾਡੀ ਚੰਗਾ ਜਾਂ ਮਾੜਾ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦੇ ਹਨ। ਜਿਹੜੇ ਕੇਵਲ ਧਨ ਲਈ ਕੰਮ ਕਰਦੇ ਹਨ ਤੇ ਜਿਨ੍ਹਾਂ ਨੂੰ ਕੰਮ ਦੇ ਬਦਲੇ ਕੇਵਲ ਧਨ ਮਿਲਦਾ ਹੈ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਨਾ ਉਹ ਪੂਰਾ ਕੰਮ ਕਰਦੇ ਹਨ ਤੇ ਨਾ ਹੀ ਉਹਨਾਂ ਨੂੰ ਕੰਮ ਦੇ ਬਦਲੇ ਪੂਰੇ ਪੈਸੇ ਮਿਲਦੇ ਹਨ। ਕੰਮ ਤਾਂ ਦੂਜਿਆਂ ਦੇ ਸੰਪਰਕ ਵਿੱਚ ਆਉਣ ਦਾ ਵਸੀਲਾ ਹੈ। ਦੂਜਿਆਂ ਦੇ ਸੰਪਰਕ ਵਿੱਚ ਤੁਸੀਂ ਕਿਸੇ ਕੰਮ ਰਾਹੀਂ ਹੀ ਆ ਸਕਦੇ ਹੋ। ਵਾਸਤਵ ਵਿੱਚ ਤੁਹਾਡੀ ਯੋਗਤਾ ਦੂਜਿਆਂ ਨੂੰ ਤੁਹਾਡੇ ਕੋਲ ਖਿੱਚ ਲਿਆਉਂਦੀ ਹੈ। ਇਹ ਯੋਗਤਾ ਉਦਮ ਤੋਂ ਬਿਨਾਂ ਪੈਦਾ ਨਹੀਂ ਹੁੰਦੀ। ਯੋਗਤਾ ਦੀਆਂ ਸੀਮਾਵਾਂ ਤੁਹਾਡੀ ਕਲਪਨਾ ਅਤੇ ਸੋਚ ਦੀਆਂ ਹੀ ਨਿਰਧਾਰਿਤ ਕੀਤੀਆਂ ਹੁੰਦੀਆਂ ਹਨ। ਵੇਖਿਆ ਗਿਆ ਹੈ ਕਿ ਜਿਹੜੇ ਪ੍ਰਸੰਨਤਾ ਨਾਲ ਕੰਮ ਕਰਦੇ ਹਨ ਉਹਨਾਂ ਦਾ ਵਕਤ ਜਲਦੀ ਲੰਘ ਜਾਂਦਾ ਹੈ। ਇਹ ਵੀ ਵੇਖਿਆ ਗਿਆ ਹੈ ਕਿ ਜੇ ਤੁਸੀਂ ਕਿਸੇ ਕੰਮ ਵਿੱਚ ਨਿਪੁੰਨ ਹੋ ਜਾਓਗੇ ਤਾਂ ਉਹ ਕੰਮ ਦੂਜਿਆਂ ਨੂੰ ਸਿਖਾਉਣ ਦੀ ਉਦਾਰਤਾ, ਉਦਮ ਅਤੇ ਅਮੀਰੀ ਤੁਹਾਡੇ ਵਿੱਚ ਆਪ ਮੁਹਾਰੇ ਆ ਜਾਏਗੀ, ਜਿਵੇਂ ਮਾਂ ਬੱਚੇ ਨੂੰ ਪੌੜੀਆਂ ਚੜ੍ਹਨਾ ਸਿਖਾਉਂਦੀ ਹੈ। ਜਿਨ੍ਹਾਂ ਵਿੱਚ ਕੁਝ ਕੰਮ ਕਰਨ ਦੀ ਯੋਗਤਾ ਨਹੀਂ ਹੁੰਦੀ ਉਹ ਬਹਿਸ ਕਰਦੇ ਹਨ। ਉਹੀ ਦੇਸ਼, ਧਰਮ ਜਾਂ ਕੌਮਾਂ ਜਿਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਬਦਲਦੀਆਂ ਹਾਲਾਤਾਂ ਨਾਲ ਬਦਲਣ ਦਾ ਉਦਮ ਕਰਦੀਆਂ ਹਨ। ਜਿਹੜੀਆਂ ਕੌਮਾਂ ਅਜਿਹਾ ਨਹੀਂ ਕਰ ਸਕਦੀਆਂ ਉਹ ਗੈਰ ਇਖਲਾਕੀ ਸਮਝੌਤੇ ਕਰਦੀਆਂ ਹਨ। ਉਹਨਾਂ ਤੋਂ ਜ਼ਿੰਦਗੀ ਦਾ ਉਦੇਸ਼ ਗੁਆਚ ਜਾਂਦਾ ਹੈ ਤੇ ਉਹਨਾਂ ਦੀ ਕੇਵਲ ਪਿੱਠ ਹੀ ਵਿਖਾਈ ਦਿੰਦੀ ਹੈ। ਬਿਨਾਂ ਨਿਗਰਾਨੀ ਦੇ ਕੰਮ ਕਰਨ ਨਾਲ, ਦੂਜਿਆਂ ਦੇ ਕਹਿਣ ਤੋਂ ਬਿਨਾਂ ਕੰਮ ਕਰਨ ਨਾਲ ਜਿੰਨੇ ਪੈਸੇ ਮਿਲਣ ਉਸ ਨਾਲੋਂ ਵਧੇਰੇ ਕੰਮ ਕਰਨ ਨਾਲ ਨਾ ਕੇਵਲ ਸਾਡੇ ਕੰਮ ਦੀ ਪੱਧਰ ਸੁਧਰਦੀ ਹੈ, ਸਗੋਂ ਸਾਡੀ ਸੋਚ ਤੇ ਸਾਡੇ ਅਨੁਭਵ ਦਾ ਪਿੜ ਵੀ ਮੋਕਲਾ ਹੁੰਦਾ ਹੈ। ਜਿਸ ਕੰਮ ਵਿੱਚ ਤੁਸੀਂ ਤਾਕ ਹੋ, ਉਸ ਕੰਮ ਵਿੱਚ ਦੂਜਿਆਂ ਨੂੰ ਤਾਕ ਕਰੋ, ਤੁਹਾਡੀ ਤਾਕਤ ਵੱਧ ਜਾਏਗੀ। ਜਦੋਂ ਅਸੀਂ ਦੂਜਿਆਂ ਨੂੰ ਕੁਝ ਸਿਖਾਉਂਦੇ ਹਾਂ ਤਾਂ ਅਸੀਂ ਆਪ ਵੀ ਸਿੱਖਦੇ ਹਾਂ। ਅਧਿਆਪਕ ਜਾਣਦੇ ਹਨ ਕਿ ਉਹਨਾਂ ਨੂੰ ਉਸ ਪੁਸਤਕ ਦੇ ਹੀ ਡੂੰਘੇ ਅਰਥਾਂ ਦੀ ਸਮਝ ਪੈਂਦੀ ਹੈ ਜਿਹੜੀ ਉਹ ਕਲਾਸ ਵਿੱਚ ਪੜ੍ਹਾਉਂਦੇ ਹਨ। ਵੇਖਿਆ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਨਵਾਂ ਧਰਮ ਧਾਰਨ ਕਰਦਾ ਹੈ, ਨਵੀਂ ਥਾਂ ਪਲਾਟ ਖਰੀਦਦਾ ਹੈ ਜਾਂ ਗਿਆਨ ਪ੍ਰਾਪਤੀ ਦੀ ਕਿਸੇ ਨਵੀਂ ਲੀਹ 'ਤੇ
ਪੈਂਦਾ ਹੈ ਤਾਂ ਉਹ ਦੂਜਿਆਂ ਨੂੰ ਵੀ ਪ੍ਰੇਰਦਾ ਹੈ। ਦੂਜਿਆਂ ਦੇ ਕੰਮਾਂ ਵਿੱਚ ਨੁਕਸ ਕੱਢਣ ਦੀ ਥਾਂ ਚੰਗੇਰਾ ਕੰਮ ਕਰਕੇ ਉਦਾਹਰਨ ਸਥਾਪਿਤ ਕਰਨ ਨਾਲ ਦੂਜਿਆਂ ਦੇ ਕੰਮ ਦੀ ਪੱਧਰ ਵੀ ਤੁਹਾਡੀ ਤਸੱਲੀ ਅਨੁਸਾਰ ਹੋ ਜਾਏਗੀ। ਮਨੁੱਖ ਵਿੱਚ ਚੰਗੇਰਾ ਬਣਨ ਦੀ, ਚੰਗੇਰਾ ਕਾਮਾ ਬਣਨ ਦੀ, ਚੰਗੇਰਾ ਪਿਤਾ ਅਤੇ ਚੰਗਾ ਦੋਸਤ ਬਣਨ ਦੀ ਸੁਭਾਵਿਕ ਇੱਛਾ ਹੁੰਦੀ ਹੈ। ਲੋੜ ਚੰਗੀਆਂ ਉਦਾਹਰਨਾਂ ਦੀ ਹੁੰਦੀ ਹੈ। ਚੰਗੀਆਂ ਉਦਾਹਰਨਾਂ ਸਾਡੇ ਵਿੱਚ ਉੱਦਮ ਅਤੇ ਉਤਸ਼ਾਹ ਉਪਜਾਉਂਦੀਆਂ ਹਨ। ਜਦੋਂ ਅਸੀਂ ਦੂਜਿਆਂ ਨੂੰ ਕੁਝ ਕਹਿੰਦੇ ਹਾਂ ਤਾਂ ਆਪਣੇ ਕਹੇ ਨੂੰ ਅਸੀਂ ਆਪ ਵੀ ਸੁਣਦੇ ਹਾਂ ਅਤੇ ਸਾਡੇ ਉੱਤੇ ਆਪਣੀਆਂ ਕਈਆਂ ਗੱਲਾਂ ਦਾ ਪ੍ਰਭਾਵ ਵੀ ਪੈਂਦਾ ਹੈ। ਆਪਣੇ ਆਗੂ ਅਸੀਂ ਆਪ ਹੀ ਹੁੰਦੇ ਹਾਂ, ਆਪਣੇ ਦੁਸ਼ਮਣ ਵੀ ਅਸੀਂ ਆਪ ਹੀ ਹੁੰਦੇ ਹਾਂ। ਆਗੂ ਦੋ ਪ੍ਰਕਾਰ ਦੇ ਹੁੰਦੇ ਹਨ, ਪਹਿਲੇ ਉਹ ਜਿਹੜੇ ਆਪਣੇ ਆਪ ਨੂੰ ਸਾਡੇ ਉੱਤੇ ਠੋਸਦੇ ਹਨ ਅਤੇ ਦੂਜੇ ਉਹ ਜਿਨ੍ਹਾਂ ਨੂੰ ਅਸੀਂ ਆਪ ਚੁਣਦੇ ਹਾਂ। ਨੈਪੋਲੀਅਨ ਅਤੇ ਲਿੰਕਨ ਦੋਵੇਂ ਜੰਗ ਦੇ ਮੈਦਾਨ 'ਚ ਗਏ ਸਨ, ਪਰ ਉਹਨਾਂ ਦੇ ਉਦੇਸ਼ ਵੱਖਰੇ ਸਨ। ਨੈਪੋਲੀਅਨ ਦਾ ਉਦੇਸ਼ ਆਜ਼ਾਦ ਕੌਮਾਂ ਨੂੰ ਗੁਲਾਮ ਬਣਾਉਣਾ ਸੀ। ਲਿੰਕਨ ਦਾ ਉਦੇਸ਼ ਗੁਲਾਮਾਂ ਨੂੰ ਆਜ਼ਾਦ ਕਰਨਾ ਸੀ। ਲਿੰਕਨ ਵਿੱਚ ਹੌਸਲਾ ਸੀ, ਨੈਪੋਲੀਅਨ ਵਿੱਚ ਬਹਾਦਰੀ ਸੀ। ਹੌਸਲਾ ਬਹਾਦਰੀ ਨਾਲੋਂ ਵੱਖਰੀ ਚੀਜ਼ ਹੈ। ਬਹਾਦਰੀ ਡਰ ਤੋਂ ਉੱਪਰ ਉੱਠਣ ਦੀ ਸਥਿਤੀ ਹੈ, ਪਰੰਤੂ ਹੌਸਲਾ ਚਰਿੱਤਰ ਦੀ ਉਸ ਸ਼ਕਤੀ ਅਤੇ ਆਤਮਾ ਦੀ ਉਸ ਅਮੀਰੀ ਨੂੰ ਕਹਿੰਦੇ ਹਨ ਜਿਹੜੀ ਡਰ ਨੂੰ ਪਛਾਣਨ ਉਪਰੰਤ ਮਨੁੱਖ ਨੂੰ ਅੱਖਾਂ ਖੋਲ੍ਹ ਕੇ ਅੱਗੇ ਵਧਣ ਅਤੇ ਆਪਣੇ ਆਦਰਸ਼ਾਂ ਨੂੰ ਅਮਲੀ ਰੂਪ ਦੇਣ ਦਾ ਉੱਦਮ ਅਤੇ ਉਤਸ਼ਾਹ ਦਿੰਦੀ ਹੈ। ਤੁਸੀਂ ਜਦੋਂ ਵੀ ਕੋਈ ਉੱਦਮ ਕਰੋਗੇ ਤੁਹਾਡੀ ਵਿਰੋਧਤਾ ਹੋਵੇਗੀ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਜੇ ਤੁਹਾਡੇ ਉੱਦਮ ਦੀ ਪੱਧਰ ਦਰਮਿਆਨੀ ਹੈ ਤਾਂ ਨਾ ਤੁਹਾਡੀ ਨਿੰਦਾ ਹੋਏਗੀ, ਨਾ ਹੀ ਪ੍ਰਸ਼ੰਸਾ। ਜਦੋਂ ਤੁਹਾਡੇ ਉੱਦਮ ਦੀ ਵਿਰੋਧਤਾ ਹੋਏਗੀ ਉਦੋਂ ਹੀ ਕਿਸੇ ਪਾਸੇ ਤੋਂ ਪ੍ਰਸ਼ੰਸਾ ਵੀ ਹੋਏਗੀ। ਉੱਦਮ ਹੋਣ ਕਰਕੇ ਵਿਰੋਧਤਾ ਦਾ ਕਾਰਨ ਬਣਦਾ ਹੈ ਅਤੇ ਉੱਦਮ ਹੋਣ ਕਰਕੇ ਹੀ ਪ੍ਰਸ਼ੰਸਾ ਦਾ ਕਾਰਨ ਵੀ ਬਣਦਾ ਹੈ। ਸੰਸਾਰ ਵਿੱਚ ਕੋਈ ਵੀ ਉੱਦਮੀ ਅਜਿਹਾ ਨਹੀਂ ਹੋਇਆ ਜਿਸ ਦਾ ਵਿਰੋਧ ਨਾ ਹੋਇਆ ਹੋਵੇ। ਸੰਸਾਰ ਦੇ ਪਹਿਲੇ ਹਵਾਈ ਜਹਾਜ਼ ਤੇ ਦੁਨੀਆ ਦੀ ਪਹਿਲੀ ਰੇਲ ਗੱਡੀ ਦਾ ਲੋਕਾਂ ਨੇ ਮਖੌਲ ਉਡਾਇਆ ਸੀ। ਨਵੇਂ ਫੈਸ਼ਨ ਦਾ ਮੁੱਢ ਵਿੱਚ ਮਖੌਲ ਉਡਾਇਆ ਜਾਂਦਾ ਹੈ, ਪਰ ਹੌਲੀ ਹੌਲੀ ਸਾਰੇ ਉਸ ਨੂੰ ਅਪਣਾ ਲੈਂਦੇ ਹਨ। ਲੋਕਾਂ ਦਾ ਸੁਭਾਅ ਹੈ ਕਿ ਉਹ ਹਰ ਨਵੀਂ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ, ਪਰ ਜਦੋਂ ਉਹਨਾਂ ਨੂੰ ਨਵੀਂ ਚੀਜ਼ ਜਾਂ ਨਵੇਂ ਉੱਦਮ ਵਿੱਚ ਵਿਸ਼ਵਾਸ ਹੋ ਜਾਏ ਤਾਂ ਉਹ ਇਹਨਾਂ ਦੀ ਸੰਗਤ ਵਿੱਚ ਖੁਸ਼ ਹੁੰਦੇ ਹਨ। ਸੰਸਾਰ ਦੇ ਸਾਰੇ ਲੋਕਾਂ ਨੂੰ ਉੱਦਮੀ ਅਤੇ ਆਲਸੀ ਲੋਕਾਂ ਦੀਆਂ ਦੋ ਵੰਨਗੀਆਂ 'ਚ ਵੰਡਿਆ ਜਾ ਸਕਦਾ ਹੈ ਅਤੇ ਇਹਨਾਂ ਨੂੰ ਪਛਾਣਨਾ ਬੜਾ ਸੌਖਾ ਹੈ। ਲੰਮੀ ਤਿਆਰੀ ਤੋਂ ਬਿਨਾਂ ਉੱਦਮ ਸੰਭਵ ਨਹੀਂ ਹੁੰਦਾ। ਉੱਦਮ ਦੀ ਪਹਿਲੀ ਸ਼ਰਤ ਚੰਗੀ ਨਿਰੋਈ ਸਿਹਤ ਹੈ। ਭਾਵੇਂ ਸਿਹਤ ਹੀ ਸਭ ਕੁਝ ਨਹੀਂ ਹੁੰਦੀ, ਪਰ ਸਿਹਤ ਤੋਂ ਬਿਨਾਂ ਤਾਂ ਸਭ ਕੁਝ ਵੀ ਕੁਝ ਨਹੀਂ ਹੁੰਦਾ। ਮੈਲੇ ਕੱਪੜੇ ਪਾ ਕੇ ਅਸੀਂ ਸਵੈ ਭਰੋਸੇ ਅਤੇ ਉਤਸ਼ਾਹ ਦਾ ਪ੍ਰਗਟਾਵਾ ਨਹੀਂ ਕਰ ਸਕਦੇ। ਕੱਪੜੇ ਭਾਵੇਂ ਕਿਹੋ ਜਿਹੇ ਵੀ ਹੋਣ, ਉਹਨਾਂ ਦਾ ਸਾਫ਼ ਹੋਣਾ ਲਾਜ਼ਮੀ ਸ਼ਰਤ ਹੈ। ਇਵੇਂ ਇਹ ਲਾਜ਼ਮੀ ਸ਼ਰਤ ਹੈ ਕਿ ਅਸੀਂ ਮਨੁੱਖਾਂ ਵਿੱਚ ਦਿਲਚਸਪੀ ਲਈਏ। ਦਿਲਚਸਪੀ ਤਾਂ ਸਾਰੇ ਜੀਵ ਜੰਤੂਆਂ ਵਿੱਚ ਵੀ ਲੈਣੀ ਚਾਹੀਦੀ ਹੈ। ਆਪਣੇ ਕੰਮ ਵਿੱਚ ਦਿਲਚਸਪੀ ਸਾਡੀ ਆਪਣੇ ਆਪ ਵਿੱਚ ਦਿਲਚਸਪੀ ਨੂੰ ਜਗਾਵੇਗੀ ਅਤੇ ਇਹ ਦਿਲਚਸਪੀ ਮਿਲਵਰਤਨ ਦੀ ਭਾਵਨਾ ਉਪਜਾਏਗੀ। ਮਿਲਵਰਤਨ ਅਜੋਕੇ ਮਨੁੱਖ ਦੀ ਮਜਬੂਰੀ ਹੀ ਨਹੀਂ, ਲੋੜ ਵੀ ਹੈ। ਮਿਲਵਰਤਨ ਦੀ ਭਾਵਨਾ ਤੋਂ ਬਿਨਾਂ ਟੱਬਰ ਜਾਂ ਖਾਨਦਾਨ ਹੀ ਨਹੀਂ, ਦੇਸ਼ ਅਤੇ ਕੌਮਾਂ ਵੀ ਮਿਟ ਜਾਂਦੀਆਂ ਹਨ। ਉਪਰੋਕਤ ਭਾਵਨਾਵਾਂ ਸਾਡੇ ਵਿੱਚ ਸੇਵਾ, ਤਿਆਗ ਅਤੇ ਸਵੈ ਕਾਬੂ ਦੇ ਗੁਣ ਉਸਾਰਦੀਆਂ ਹਨ। ਵੇਖਿਆ ਗਿਆ ਕਿ ਸੰਕਟ ਵਿੱਚ ਸਾਨੂੰ ਮਦਦ ਦੀ ਲੋੜ ਨਹੀਂ ਹੁੰਦੀ, ਹੌਸਲੇ ਅਤੇ ਉੱਦਮ ਦੀ ਲੋੜ ਹੁੰਦੀ ਹੈ। ਮੁਸ਼ਕਿਲਾਂ ਨੇ ਆਪਣੇ ਨੇਮ ਨਾਲ ਸਾਡੇ ਜੀਵਨ ਵਿੱਚ ਆਉਂਦੇ ਰਹਿਣਾ ਹੁੰਦਾ ਹੈ, ਪਰ ਜੇ ਅਸੀਂ ਤਿਆਰ ਹੋਵਾਂਗੇ ਤਾਂ ਮੁਸ਼ਕਿਲਾਂ ਵੀ ਮੌਕੇ ਬਣ ਜਾਣਗੀਆਂ। ਜਦੋਂ ਕਿਸੇ ਨੂੰ ਪੁੱਛਿਆ ਗਿਆ ਕਿ ਜੀਵਨ ਦੀਆਂ ਮੁਸ਼ਕਿਲਾਂ ਨੇ ਤੈਨੂੰ ਕੀ ਸਿਖਾਇਆ, ਤਾਂ ਉੱਤਰ ਮਿਲਿਆ, ਵਡੇਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ। ਭਵਿੱਖ ਜਦੋਂ ਵੀ ਸਾਡੇ ਤੱਕ ਅੱਪੜਦਾ ਹੈ, ਵਰਤਮਾਨ ਬਣ ਕੇ ਹੀ ਅੱਪੜਦਾ ਹੈ। ਸੋ ਭਵਿੱਖ ਦੀ ਤਿਆਰੀ
ਵਰਤਮਾਨ ਵਿੱਚ ਹੀ ਪਰਖੀ ਜਾਏਗੀ। ਸੋ ਚੰਗੇਰੇ ਭਵਿੱਖ ਦੀ ਕਲਪਨਾ ਵੀ ਉੱਦਮ ਦਾ ਇੱਕ ਪੱਖ ਹੈ। ਕਲਪਨਾ ਸਾਡੇ ਮਨ ਦਾ ਪਤੰਗ ਹੁੰਦੀ ਹੈ। ਸਧਾਰਨ ਵਿੱਚੋਂ ਅਸਧਾਰਨਤਾ ਨੂੰ ਉਜਾਗਰ ਕਰਨਾ ਕਲਪਨਾ ਹੈ। ਤੱਥ ਕਿਸੇ ਇੱਕ ਵਿਅਕਤੀ ਨਾਲ ਸੰਬੰਧਿਤ ਹੁੰਦਾ ਹੈ, ਜਦੋਂ ਕਿ ਕਲਪਨਾ ਮਾਨਵ ਜਾਤੀ ਦਾ ਸਾਂਝਾ ਅਨੁਭਵ ਹੁੰਦੀ ਹੈ। ਕਲਪਨਾ ਸਾਡੀ ਦੁਨੀਆ ਉੱਤੇ ਨਿਰਭਰਤਾ ਨੂੰ ਘਟਾਉਂਦੀ ਹੈ। ਇਹ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਖੇਤਰ ਵਿੱਚ ਦੂਜਿਆਂ ਉੱਤੇ ਨਿਰਭਰ ਰਹਿ ਕੇ ਪ੍ਰਸੰਨ ਨਹੀਂ ਹੋਇਆ ਜਾ ਸਕਦਾ। ਸਾਡੀਆਂ ਬਿਮਾਰੀਆਂ ਤੇ ਸਾਡੀਆਂ ਗਰੀਬੀਆਂ ਦਾ ਇਲਾਜ ਸਾਡਾ ਉੱਦਮ ਹੀ ਹੋ ਸਕਦਾ ਹੈ। ਕਲਪਨਾ ਮਨੁੱਖ ਦੀ ਯੋਗਤਾ ਹੈ। ਅਗਲੇਰਾ ਵਿਕਾਸ ਤਾਂ ਹੀ ਸੰਭਵ ਹੋਏਗਾ ਜਦੋਂ ਇੱਕ ਪੀੜ੍ਹੀ ਨੀਹਾਂ ਵਿੱਚ ਲੱਗ ਜਾਏਗੀ। ਇਹ ਯਾਦ ਰੱਖਣਾ ਜ਼ਰੂਰੀ ਹੈ, ਉੱਦਮ ਦਾ ਕੋਈ ਮੌਸਮ ਨਹੀਂ ਹੁੰਦਾ। ਉੱਦਮ ਨਾ ਆਦਿ ਹੁੰਦਾ ਨਾ ਹੀ ਅੰਤ। ਇਹ ਸਾਡੇ ਮਨ ਦੀ ਅਵਸਥਾ ਹੈ। ਜਿਵੇਂ ਕਿਹਾ ਗਿਆ ਕਿ ਸੂਰਜ ਉੱਦਮ ਦਾ ਪ੍ਰਤੀਕ ਹੈ। ਸੂਰਜ ਸਦੀਵੀ ਹੈ। ਹਰ ਸਮੇਂ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਸਵੇਰ ਹੋ ਰਹੀ ਹੁੰਦੀ ਹੈ। ਕਿਸੇ ਨਾ ਕਿਸੇ ਹਿੱਸੇ ਵਿੱਚ ਤਰੇਲ ਦੇ ਮੋਤੀ ਬਣ ਰਹੇ ਹੁੰਦੇ ਹਨ। ਪਲ ਪਲ ਬਦਲਣਾ ਵਿਕਾਸਮਈ ਕੁਦਰਤ ਦਾ ਸਦੀਵੀ ਨੇਮ ਹੈ। ਕੁਦਰਤ ਵਿੱਚ ਸਭ ਕੁਝ ਸਹਿਜ ਸੁਭਾਵਕ ਵਾਪਰ ਰਿਹਾ ਹੈ। ਸਾਡੇ ਜੀਵਨ ਵਿੱਚ ਵੀ ਇਵੇਂ ਹੀ ਹੁੰਦਾ ਹੈ। ਝਾਤ ਮਾਰ ਕੇ ਵੇਖੋ, ਤੁਹਾਡੇ ਆਲੇ ਦੁਆਲੇ ਕਈ ਉੱਦਮੀ ਵਿਅਕਤੀ ਹੋਣਗੇ ਜਿਹੜੇ ਇਹ ਸਾਬਤ ਕਰਦੇ ਹਨ ਕਿ ਪੁਨਰ ਵਿਉਂਤ ਨਾਲ ਅਸੀਂ ਨਵੀਆਂ ਸਥਿਤੀਆਂ ਨਾਲ ਬਰ ਮੇਚ ਸਕਦੇ ਹਾਂ। ਹਮਦਰਦੀ ਉੱਦਮ ਦੀ ਇੱਕ ਕਿਸਮ ਹੈ। ਹਮਦਰਦੀ ਪਿਆਰ ਵਿੱਚੋਂ ਜਨਮਦੀ ਹੈ, ਜਿਸ ਨਾਲ ਅਸੀਂ ਦੂਜੇ ਦਾ ਓਨਾ ਦੁੱਖ ਦਰਦ ਚੁੱਕ ਲੈਂਦੇ ਹਾਂ ਕਿ ਬਾਕੀ ਦਾ ਚੁੱਕਣ ਵਿੱਚ ਉਹ ਸੌਖ ਅਨੁਭਵ ਕਰਦਾ ਹੈ। ਉੱਦਮ ਦੂਜਿਆਂ ਨੂੰ ਪਿੱਛੇ ਛੱਡ ਜਾਣ ਦਾ ਅਮਲ ਨਹੀਂ, ਇਹ ਪਿੱਛੇ ਰਹਿ ਗਿਆਂ ਨੂੰ ਨਾਲ ਰਲਾਉਣ ਦੀ ਅਮੀਰੀ ਹੈ। ਇਹ ਪ੍ਰੇਮਿਕਾ ਨੂੰ ਬਦਨਾਮ ਕਰਨ ਦੀ ਨੀਚਤਾ ਨਹੀਂ, ਇਹ ਬਦਨਾਮ ਇਸਤਰੀ ਨੂੰ ਪ੍ਰੇਮਿਕਾ ਬਣਾਉਣ ਦੀ ਦਲੇਰੀ ਹੈ। ਕਈ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਨੂੰ ਉੱਦਮ ਵਿਖਾਉਣ ਦਾ ਅਵਸਰ ਨਹੀਂ ਮਿਲਿਆ। ਤੁਸੀਂ ਆਪਣੇ ਵਰਤਮਾਨ ਦੀਆਂ ਪਰਿਸਥਿਤੀਆਂ ਬਾਰੇ ਸੋਚੋ। ਤੁਹਾਨੂੰ ਸਪਸ਼ਟ ਵਿਖਾਈ ਦੇਵੇਗਾ ਕਿ ਹਰ ਕਿਸੇ ਕੋਲ ਬਹੁਤ ਕੁਝ ਹੈ। ਕਈਆਂ ਦੇ ਦਿਲ ਟੁੱਟੇ ਹੋਏ ਹਨ, ਪਰ ਟੁੱਟੇ ਹੋਏ ਦਿਲਾਂ ਨੂੰ ਵੀ ਸਾਂਭ ਕੇ ਰੱਖਣ ਦੀ ਲੋੜ ਹੈ। ਤੁਹਾਡੀ ਹਾਲਤ ਮੰਗਤਿਆਂ ਨਾਲੋਂ ਤਾਂ ਮਾੜੀ ਨਹੀਂ। ਮੰਗਤਿਆਂ ਨੇ ਉੱਦਮ ਨਾਲ ਸਿੱਖ ਲਿਆ ਹੁੰਦਾ ਹੈ ਕਿ ਕਿੱਥੋਂ ਕਿੰਨਾ ਮਿਲਦਾ ਹੈ। ਵੇਖਿਆ ਗਿਆ ਕਿ ਜਦੋਂ ਬੰਦਾ ਥੱਕ ਜਾਂਦਾ ਹੈ ਤਾਂ ਉਖੜ ਜਾਂਦਾ ਹੈ। ਬੰਦਾ ਥੱਕਦਾ ਹੀ ਉਦੋਂ ਹੈ ਜਦੋਂ ਉਸ ਕੋਲ ਨਵੇਂ ਵਿਚਾਰ, ਨਵੇਂ ਆਦਰਸ਼ ਤੇ ਨਵੇਂ ਉਤਸ਼ਾਹ ਨਹੀਂ ਹੁੰਦੇ। ਥੱਕਿਆ ਹੋਇਆ ਵਿਅਕਤੀ ਦੂਜਿਆਂ ਵਿੱਚ ਦੋਸ਼ ਕੱਢਣ ਲੱਗ ਪੈਂਦਾ ਹੈ। ਦੋਸ਼ ਕੱਢਣ ਦੀ ਇਹ ਆਦਤ ਉਸ ਵਿਚਲੀ ਅਸਹਿਣਸ਼ੀਲਤਾ, ਨਵੀਨਤਾ ਦੀ ਘਾਟ ਤੇ ਅਣਹੋਂਦ ਦਾ ਪ੍ਰਮਾਣ ਹੁੰਦੀ ਹੈ। ਨਵੀਨ ਹੋਣਾ ਕੋਈ ਸੌਖਾ ਉੱਦਮ ਨਹੀਂ। ਨਵੀਆਂ ਪੁਸਤਕਾਂ ਪੜ੍ਹਨਾ ਵੀ ਸੌਖਾ ਉੱਦਮ ਨਹੀਂ। ਕੰਮ ਕਰਨ ਦੇ ਨਵੇਂ ਢੰਗ ਤਰੀਕੇ ਲੱਭਣਾ ਵੀ ਕੋਈ ਸੌਖਾ ਨਹੀਂ ਹੁੰਦਾ। ਪਰ ਨਵੀਨਤਾ ਦੇ ਰਾਹ ਪਏ ਬਿਨਾਂ ਅਗਲੇਰੀਆਂ ਪ੍ਰਾਪਤੀਆਂ ਸੰਭਵ ਨਹੀਂ ਹੋ ਸਕਦੀਆਂ। ਨਵੀਆਂ ਸਮੱਸਿਆਵਾਂ ਨਵੇਂ ਵਿਚਾਰਾਂ ਤੇ ਨਵੇਂ ਉੱਦਮਾਂ ਨਾਲ ਹੀ ਹੱਲ ਹੋਣਗੀਆਂ। ਖਾਈ ਕਿਸੇ ਵੀ ਪ੍ਰਕਾਰ ਦੀ ਹੋਵੇ, ਉਸ ਨੂੰ ਟੱਪਣ ਲਈ ਉੱਦਮ ਦੀ ਲੋੜ ਹੁੰਦੀ ਹੈ। ਅਨੇਕਾਂ ਲੋਕਾਂ ਵਿੱਚ ਸੰਗੀਤਕਾਰ ਜਾਂ ਚਿੱਤਰਕਾਰ ਬਣਨ ਦੀ ਲੋਚਾ ਤਾਂ ਹੁੰਦੀ ਹੈ, ਪਰ ਢੁਕਵਾਂ ਉੱਦਮ ਨਹੀਂ ਹੁੰਦਾ। ਅਜਿਹੇ ਲੋਕ ਆਰੰਭ ਤਾਂ ਕਈ ਕਾਰਜ ਕਰਦੇ ਹਨ, ਪਰ ਨੇਪਰੇ ਕੋਈ ਵੀ ਨਹੀਂ ਚਾੜ੍ਹਦੇ। ਤੂਫਾਨ ਦਾ ਸਾਹਮਣਾ ਅਰਦਾਸਾਂ ਨਾਲ ਨਹੀਂ, ਉੱਦਮ ਨਾਲ ਹੀ ਸੰਭਵ ਹੁੰਦਾ ਹੈ। ਵਿਆਹ ਵੀ ਉੱਦਮ ਤੋਂ ਬਿਨਾਂ ਸਫਲ ਨਹੀਂ ਹੁੰਦੇ। ਵੇਖਿਆ ਗਿਆ ਹੈ ਕਿ ਹਰ ਪ੍ਰਕਾਰ ਦੀ ਪ੍ਰਾਪਤੀ ਸੰਭਵ ਤਾਂ ਮਿਹਨਤ ਨਾਲ ਹੁੰਦੀ ਹੈ, ਪਰ ਉਪਯੋਗੀ ਉੱਦਮ ਨਾਲ ਹੀ ਹੁੰਦੀ ਹੈ। ਜਿੰਨੇ ਉਤਸ਼ਾਹ ਨਾਲ ਪਿਆਰ ਕੀਤਾ ਜਾਂਦਾ ਹੈ, ਓਨਾ ਹੀ ਉਸ ਦੀਆਂ ਯਾਦਾਂ ਦਾ ਨਿੱਘ ਵਧੇਰੇ ਹੁੰਦਾ ਹੈ। ਭਾਵੇਂ ਤੁਹਾਡੀ ਪ੍ਰੇਮਿਕਾ ਕਿਸੇ ਹੋਰ ਨਾਲ ਵਿਆਹੀ ਜਾਏ, ਪਰ ਉਹਦੀਆਂ ਯਾਦਾਂ ਦੀ ਦੌਲਤ ਤੁਹਾਡੇ ਕੋਲ ਹੀ ਹੋਏਗੀ, ਉਸਦੇ ਪਤੀ ਕੋਲ ਨਹੀਂ। ਹਰ ਕਿਸੇ ਦੀ ਜ਼ਿੰਦਗੀ ਵਿੱਚ ਕਈ ਉੱਦਮੀ ਵਿਅਕਤੀ ਆਉਂਦੇ ਹਨ, ਪਰ ਟੀਸੀ ਦਾ ਬੇਰ ਉਹੀ ਹੁੰਦਾ ਹੈ ਜਿਹਦੇ ਜੀਵਨ ਨੇ ਸਾਡਾ ਵਿਸ਼ਵਾਸ ਡੂੰਘਾ ਤੇ ਵਿਸ਼ਾਲ ਕੀਤਾ ਹੁੰਦਾ ਹੈ ਅਤੇ ਸਾਨੂੰ ਉੱਦਮ ਦੀ ਜਾਗ ਲਾਈ ਹੁੰਦੀ ਹੈ।
ਜਦੋਂ ਅਸੀਂ ਸਫਲਤਾ ਦੀ ਘੋੜੀ ਚੜ੍ਹਦੇ ਹਾਂ ਤਾਂ ਅਸੀਂ ਉਸ ਦਾ ਅਤਾ ਪਤਾ ਪੁੱਛਦੇ ਹਾਂ ਤਾਂ ਕਿ ਉਸ ਦੀ ਦਹਿਲੀਜ਼ 'ਤੇ ਆਪਣੀ ਕਲਗੀ ਸਜਾ ਸਕੀਏ। ਧੰਨਵਾਦ।